इनकलाब कोई प्रीति भोजन नहीं, ना ही एक लेख लिखना ਜਾਂ चित्र बनाना ਜਾਂ कशीदाकारी करना है। यह इतना कोमल, आरामप्रस्त ਅਤੇ नरम, इतना शांत, मेहरबान, मुलाजेदार, बंदिश ਵਿੱਚ ਰਹਿਣ ਵਾਲਾ ਤੇ ਉਦਾਰ ਚਿੱਤ ਨਹੀਂ ਹੋ ਸਕਦਾ। ਇਨਕਲਾਬ ਇੱਕ ਵਿਦਰੋਹ ਹੁੰਦਾ ਹੈ, ਇੱਕ ਹਿੰਸਕ ਵਾਕਾ ਹੁੰਦਾ ਹੈ ਜਿਸ ਰਾਹੀਂ ਇੱਕ ਜਮਾਤ ਦੂਜੀ ਜਮਾਤ ਨੂੰ ਪਲਟਾਉਂਦੀ ਹੈ। ਇਹ ਪਹਾੜੀਆਂ ਮੇਰੇ ਉੱਠਦੇ ਕਦਮਾਂ ਦਾ ਮੂੰਹ ਚੜਾਉਂਦੀਆਂ ਨੇ, ਮਜ਼ਾਕ ਉਡਾਉਂਦੀਆਂ ਨੇ। ਇਹ ਮੇਰੇ ਰਾਹ ਵਿੱਚ ਰੁਕਾਵਟ ਨੇ, ਮੇਰੇ ਸਫ਼ਰ ਨੂੰ ਲੰਮਾ ਤੇ ਮੁਸ਼ਕਲ ਬਣਾਉਂਦੀਆਂ ਨੇ। ਮੈਂ ਇਹਨਾਂ ਨੂੰ ਉਖਾੜ ਸੁੱਟਣਾ ਹੈ, ਉਖਾੜ ਸੁੱਟਣਾ ਹੈ। चल जाके देख के आने यार। बाबे का दिमाग खराब आ, सिखर पैरी लग्या पिया कल्ला ही नाले। ओ बापू आ की करी जाना? ओ
ਉਹ ਮੈਂ ਤਾਂ ਪੁੱਤਰਾ ਇਹ ਪਹਾੜ ਨੂੰ ਆਪਣੇ ਰਸਤੇ 'ਚੋਂ ਹਟਾ ਰਿਹਾ। ਤੂੰ ਕੱਲਾ ਉਹ ਦੇਖੋ ਮੂਡ ਬੜਾ ਉਹ ਬਾਪੂ ਤੂੰ ਕਮਲਾ ਹੋਇਆ। ਇਹ ਪਹਾੜੀਆਂ ਨਹੀਂ ਤੇਰੇ ਰਾਹੋਂ ਹਟਣੀਆਂ। ਤੂੰ ਇਕੱਲਾ ਇਹਨਾਂ ਦਾ ਕੀ ਵਿਗਾੜ ਲੇਗਾ। ਜਾ ਭੁੱਲ ਜਾ ਬਾਬਾ, ਤੂੰ ਨਹੀਂ ਇਹ ਪਹਾੜੀਆਂ ਨੂੰ ਹਟਾ ਸਕਦਾ। ਉਹ ਪੁੱਤਰਾ ਪੱਟ ਦੂੰ ਮੈਂ ਪਹਾੜੀਆਂ। ਇਹ ਐ ਥੋੜਾ ਵੀ ਇਕੱਲਾ ਮੈਂ ਲੱਗਿਆ ਰਹਿਣਾ ਇਹਨਾਂ ਤੇ। ਨਾਲੇ ਇਹ ਇੱਕ ਅੱਧੇ ਦਿਨ ਦਾ ਕੰਮ ਤਾਂ ਹੈ ਨਹੀਂ। ਹੁਣ ਇਹ ਕੰਮ ਮੈਂ ਕਰ ਰਿਹਾ, ਫਿਰ ਮੇਰੇ ਪੁੱਤ ਪੋਤੇ ਕਰਨਗੇ ਅਤੇ ਇਸ ਤਰ੍ਹਾਂ ਮੇਰਾ ਵਿੱਢਿਆ ਇਹ ਸੰਘਰਸ਼ ਜਾਰੀ ਰਹੇਗਾ। ਤੇ ਇੱਕ ਦਿਨ ਅਸੀਂ ਲੋਕ ਇਹਨਾਂ ਪਹਾੜੀਆਂ ਦੀ ਹਿੱਕ ਚੀਰ ਦਿਆਂਗੇ। ਮੂਰਖ ਬੁੱਢਾ ਜਿਸਨੇ ਪਹਾੜ ਹਿਲਾ ਦਿੱਤੇ। ਚੀਨ ਦੀ ਇੱਕ ਪ੍ਰਾਚੀਨ ਕਥਾ ਜਿਸ ਨੂੰ ਕਾਮਰੇਡ ਮਾਓ ਨੇ ਆਪਣੀਆਂ ਲਿਖਤਾਂ ਵਿੱਚ ਦਰਜ ਕੀਤਾ ਹੋਇਆ ਹੈ ਤਾਂ ਜੋ ਕਮਿਊਨਿਸਟ ਇਸ ਤੋਂ ਪ੍ਰੇਰਿਤ ਹੋ ਕੇ ਮਿਹਨਤਕਸ਼ ਮਨੁੱਖਤਾ ਪ੍ਰਤੀ ਆਪਣੀ ਬਣਦੀ ਭੂਮਿਕਾ ਨੂੰ ਸਮਝ ਸਕਣ ਅਤੇ ਇਸ ਨੂੰ ਅਮਲ ਵਿੱਚ ਲਿਆ ਸਕਣ। ਅੱਜ ਸਰਮਾਏਦਾਰੀ ਸਾਮਰਾਜਵਾਦੀ ਯੁੱਗ ਹੈ, ਜਿਸ ਕਾਰਨ ਲੋਕਾਂ ਵਿੱਚ ਨਿੱਜਵਾਦੀ ਸੋਚ ਭਾਰੂ ਹੈ। ਬੰਦਾ ਬੰਦੇ ਨੂੰ ਬੰਦੇ ਦੇ ਰੂਪ ਵਿੱਚ ਨਹੀਂ ਸਗੋਂ ਨਫੇ ਨੁਕਸਾਨ ਦੇ ਰੂਪ ਵਿੱਚ ਦੇਖ ਕੇ ਹੀ ਉਸ ਨਾਲ ਰਿਸ਼ਤਾ ਜੋੜਦਾ ਹੈ। ਜੋ ਇਨਸਾਨ ਇਸ ਤੋਂ ਉਲਟ ਸੋਚ ਸਰਗਰਮੀ ਦਾ ਮਾਲਕ ਹੋਵੇ ਉਹ ਨਿੱਜੀਵਾਦੀ ਲੋਕਾਂ ਲਈ ਮਜ਼ਾਕ ਦਾ ਪਾਤਰ ਬਣਦਾ ਹੈ। ਨਿੱਜੀਵਾਦੀ ਲੋਕਾਂ ਤੋਂ ਭਾਵ ਉਹ ਲੋਕ ਜੋ ਸਿਰਫ ਆਪਣੇ ਫਾਇਦੇ ਸੰਬੰਧੀ ਹੀ ਸੋਚਦੇ ਹਨ, ਲੋਕਾਂ ਨੂੰ ਆਪਣੇ ਗੁਆਂਢੀਆਂ ਨੂੰ ਲਤਾੜ ਕੇ ਜਾਂ ਪਛਾੜ ਕੇ ਤਰੱਕੀ ਦੀਆਂ ਮੰਜ਼ਿਲਾਂ ਮਾਰਨ ਲਈ ਦਿਨ ਰਾਤ ਬੇਚੈਨ ਰਹਿੰਦੇ ਹਨ। ਇਹਨਾਂ ਦੀ ਗਿਣਤੀ ਆਮ ਹੈ, ਭਾਰੀ ਹੈ। ਤੁਸੀਂ ਨਸ਼ੇੜੀ ਨਹੀਂ, ਦਗੇਬਾਜ਼ ਨਹੀਂ, ਵਿਸ਼ਵਾਸਘਾਤੀ ਨਹੀਂ, ਚਾਪਲੂਸ ਨਹੀਂ, ਪਰ ਤੁਸੀਂ ਜ਼ਿੰਮੇਵਾਰ ਇਨਸਾਨ ਹੋ, ਨੇਕ ਅਤੇ ਇਮਾਨਦਾਰ ਹੋ, ਮਿਹਨਤੀ ਹੋ ਅਤੇ ਹੱਕ ਸੱਚ ਲਈ ਖੜਨ ਅਤੇ ਲੜਨ ਵਾਲੇ ਹੋ ਤਾਂ ਤੁਹਾਡੀ ਇੱਥੇ ਕੋਈ ਕਦਰ ਕੀਮਤ ਨਹੀਂ। ਨਿੱਜਵਾਦੀ ਲੋਕ ਸਿਰਫ ਉਸ ਸੋਚ ਸਰਗਰਮੀ ਲਈ ਹੀ ਆਪਣਾ ਵਕਤ, ਦਿਮਾਗ ਜਾਂ ਪੈਸਾ ਖਰਚਦੇ ਹਨ ਜਿਸ ਵਿੱਚੋਂ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਵਧੀਆ ਤੋਂ ਵਧੀਆ ਖਾਣ ਪੀਣ ਅਤੇ ਹੰਡਾਉਣ ਨੂੰ ਮਿਲ ਸਕੇ। ਜਦਕਿ ਜਿਸ ਕੰਮ ਵਿੱਚ, ਜਿਸ ਸੋਚ ਅਮਲ ਵਿੱਚ ਪੂਰੇ ਮਨੁੱਖੀ ਸਮਾਜ ਦਾ ਖੁਸ਼ਹਾਲ ਭਵਿੱਖ ਸੰਭਵ ਹੋਵੇ, ਉਸ ਵਿੱਚ ਦਿਲਚਸਪੀ ਲੈਣਾ ਉਹ ਫਜ਼ੂਲ ਦੀ ਵਕਤ ਬਰਬਾਦੀ ਸਮਝਦੇ ਹਨ। ਕਿਉਂਕਿ ਨਿੱਜੀ ਜਾਇਦਾਦ ਦਾ ਖਾਤਮਾ ਅਤੇ ਮਨੁੱਖ ਤੋਂ ਮਨੁੱਖ ਦੀ ਲੁੱਟ ਖਤਮ ਕਰਕੇ ਸਭ ਲੋਕਾਂ ਨੂੰ ਯੋਗਤਾ ਅਨੁਸਾਰ ਕੰਮ ਅਤੇ ਲੋੜ ਅਨੁਸਾਰ ਉਸ ਕੰਮ ਦਾ ਮੁੱਲ ਮੁਹੱਈਆ ਕਰਵਾਉਣ ਲਈ ਆਉਣ ਵਾਲਾ ਇਨਕਲਾਬ ਕਿਸੇ ਪਰਚੂਨ ਦੀ ਦੁਕਾਨ ਦਾ ਸੌਦਾ ਨਹੀਂ, ਜਿਸ ਨੂੰ ਕੋਈ ਬੱਚਾ ਵੀ ਮਾਰ ਲਿਆਵੇ ਹੱਸਦਾ ਖੇਡਦਾ ਜਦੋਂ ਮਨ ਕਰੇ। ਮੂਰਖ ਬੁੱਢਾ ਜਿਸਨੇ ਪਹਾੜ ਹਿਲਾ ਦਿੱਤੇ। ਕਾਮਰੇਡ ਮਾਓ ਕਾਮਰੇਡਾਂ ਨੂੰ ਜੋ ਇਸ ਪ੍ਰਾਚੀਨ ਕਹਾਣੀ ਦੁਆਰਾ ਪ੍ਰੇਰਨਾ ਦੇ ਰਹੇ ਹਨ, ਉਸ ਮੁਤਾਬਕ ਸਾਡਾ ਕੰਮ ਇਨਕਲਾਬ ਦਾ ਬੀਜ ਬੀਜਣਾ, ਇਸ ਨੂੰ ਲੋੜ ਅਨੁਸਾਰ ਧੁੱਪ ਅਤੇ ਪਾਣੀ ਦਿੰਦੇ ਰਹਿਣਾ ਹੈ, ਅਵਾਰਾ ਪਸ਼ੂ ਪੰਛੀਆਂ ਤੋਂ ਇਸ ਬੀਜ ਦੀ ਰੱਖਿਆ ਕਰਨਾ ਹੈ। ਪਰ ਇਹ ਜ਼ਰੂਰੀ ਨਹੀਂ ਕਿ ਸਾਡੀਆਂ ਅਣਥੱਕ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਜਦ ਇਹ ਇਨਕਲਾਬ ਆਵੇਗਾ ਤਾਂ ਅਸੀਂ ਜਿਉਂਦੇ ਹੋਵਾਂਗੇ। ਸਗੋਂ ਹੋ ਸਕਦਾ ਹੈ ਕਿ ਅਸੀਂ ਆਪਣੀ ਸਾਰੀ ਉਮਰ ਭੋਗ ਕੇ ਆਪਣੇ ਲੋਕਾਂ ਨੂੰ ਸਦਾ ਸਦਾ ਲਈ ਅਲਵਿਦਾ ਕਹਿ ਜਾਈਏ। ਲੋਕਾਂ ਨੂੰ ਇਨਕਲਾਬ ਦਾ ਪਾਠ ਪੜ੍ਹਾਉਣਾ ਇਸ ਤਰ੍ਹਾਂ ਹੈ ਜਿਵੇਂ ਕੋਈ ਭੁੱਖ ਨਾਲ ਬੁਰੀ ਤਰ੍ਹਾਂ ਮਰਦਾ ਹੋਇਆ ਬੰਦਾ ਸਾਡੇ ਕੋਲ ਆਵੇ ਅਤੇ ਅਸੀਂ ਉਸ ਨੂੰ ਤੁਰੰਤ ਰੋਟੀ ਦੇਣ ਦੀ ਥਾਂ ਆਖੀਏ ਕਿ ਜਾ ਭਾਈ ਆਪਣੇ ਖੇਤ ਦੀ ਜ਼ਮੀਨ ਤਿਆਰ ਕਰ ਅਤੇ ਕਣਕ ਬੀਜ।
ਇਹ ਬੇਜ਼ਮੀਨੇ ਬੰਦੇ ਲਈ ਹੋਰ ਵੀ ਔਖਾ ਹੈ ਕਿ ਪਹਿਲਾਂ ਉਹ ਜ਼ਮੀਨ ਖਰੀਦੇ, ਫਿਰ ਕਣਕ ਦੀ ਫਸਲ ਬੀਜਣ ਲਈ ਜ਼ਮੀਨ ਤਿਆਰ ਕਰੇ। ਸ਼ੁਰੂਆਤੀ ਕੰਮ ਤੋਂ ਲੈ ਕੇ ਕਣਕ ਦਾ ਆਟਾ ਬਣਨ ਅਤੇ ਉਸ ਆਟੇ ਤੋਂ ਰੋਟੀ ਬਣਨ ਤੱਕ ਦਾ ਸਮਾਂ ਇੰਨਾ ਜ਼ਿਆਦਾ ਹੈ ਕਿ ਇਹ ਉਸ ਬੰਦੇ ਦੀ ਜਾਨ ਹੀ ਬਚਾ ਨਹੀਂ ਸਕੇਗਾ ਜਿਸ ਦੇ ਭੁੱਖੇ ਪੇਟ ਨੂੰ 8-10 ਮਿੰਟ ਦੇ ਅੰਦਰ ਅੰਦਰ ਹੀ ਰੋਟੀ ਚਾਹੀਦੀ ਹੋਵੇ। ਪਰ ਇੱਕ ਕਮਿਊਨਿਸਟ ਨੇ ਲੋਕਾਂ ਲਈ ਜਿਉਣਾ ਹੁੰਦਾ ਹੈ, ਆਪਣੇ ਨਿੱਜੀ ਸਵਾਰਥਾਂ ਲਈ ਨਹੀਂ। ਕਾਮਰੇਡ ਮਾਓ ਕੀ ਆਖਦੇ ਹਨ ਕਿ ਲੋਕਾਂ ਵਿੱਚ ਜਾਓ, ਲੋਕਾਂ ਵਿੱਚ ਜਾਓ, ਉਹਨਾਂ ਦੇ ਕੰਮਾਂ ਵਿੱਚ ਹੱਥ ਵਟਾਓ, ਉਹਨਾਂ ਦੀਆਂ ਦੁੱਖ ਤਕਲੀਫਾਂ ਹੱਡੀ ਹੰਡਾਓ, ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝੋ ਅਤੇ ਇਹਨਾਂ ਨੂੰ ਦੂਰ ਕਰਨ ਲਈ ਜੀ ਜਾਨ ਲਗਾ ਦਿਓ। ਸਿਰਫ ਲੋਕਾਂ ਲਈ ਹੀ ਜੀਓ, ਕਿਉਂਕਿ ਮਿਹਨਤਕਸ਼ ਲੋਕ ਹੀ ਮਨੁੱਖੀ ਸਮਾਜ ਅਤੇ ਇਤਿਹਾਸ ਦੇ ਸਿਰਜਣਹਾਰ ਹੁੰਦੇ ਹਨ। ਅਸੀਂ ਮਰ ਜਾਂਦੇ ਹਾਂ ਪਰ ਲੋਕ ਨਹੀਂ। ਜਿਸ ਤਰ੍ਹਾਂ ਪਹਿਲਾਂ ਵੀ ਤੁਹਾਡੇ ਨਾਲ ਲਿਖਤੀ ਜਾਂ ਜ਼ੁਬਾਨੀ ਰੂਪ ਵਿੱਚ ਇਹ ਸ਼ਬਦ ਸਾਂਝੇ ਕੀਤੇ ਹੋਣਗੇ ਸਾਥੀਓ ਕਿ ਲੋਕਾਂ ਦੇ ਹਿੱਤਾਂ ਲਈ ਸੋਚਦਿਆਂ ਅਤੇ ਲੋਕਾਂ ਦੇ ਭਲੇ ਲਈ ਹੀ ਉੱਦਮ ਉਪਰਾਲੇ ਕਰਦੇ ਹਾਂ, ਅਸੀਂ ਲੋਕਾਂ ਉੱਤੇ ਕੋਈ ਮਿਹਰਬਾਨੀ ਨਹੀਂ ਕਰਦੇ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਇਹ ਤਦ ਹੀ ਖੁਸ਼ ਰਹਿ ਸਕਦਾ ਹੈ ਜੇਕਰ ਇਸ ਦਾ ਮਨੁੱਖੀ ਸਮਾਜ ਖੁਸ਼ਹਾਲ ਹੋਵੇ। ਮੁਕਾਬਲੇ ਦੀ ਦੌੜ ਵਿੱਚ ਲੋਕਾਂ ਨੂੰ ਪਛਾੜ ਕੇ ਜਾਂ ਲਤਾੜ ਕੇ ਅੱਗੇ ਵਧਣ ਵਾਲਾ ਕਦੇ ਕੋਈ ਕਰੋੜ ਅਰਬਪਤੀ ਇਨਸਾਨ ਖੁਸ਼ ਨਹੀਂ ਰਹਿ ਸਕਦਾ। ਇਸ ਦੇ ਦੋ ਕਾਰਨ ਹੁੰਦੇ ਹਨ। ਉਹ ਲੋਕ ਜਿਹੜੇ ਮਜ਼ਦੂਰਾਂ, ਮਿਹਨਤਕਸ਼ ਲੋਕਾਂ ਦੀ ਕਿਰਤ ਸ਼ਕਤੀ ਵਿੱਚੋਂ ਮੁਨਾਫਾ ਕਮਾ ਕੇ ਉਹ ਅਮੀਰ ਹੋਇਆ ਹੁੰਦਾ ਹੈ, ਉਸ ਲਈ ਖੁੱਲ੍ਹੀ ਕਬਰ ਹੁੰਦੇ ਹਨ। ਦੂਜਾ ਕਾਰਨ ਕਿ ਮੰਡੀ ਵਿੱਚ ਉਸਦੇ ਆਪਣੇ ਸ਼ਰੀਕ ਸਰਮਾਏਦਾਰਾਂ ਨਾਲ ਮੁਕਾਬਲਾ ਚੱਲਦਾ ਰਹਿੰਦਾ ਹੈ। ਉਸਦੀ ਜ਼ਰਾ ਵੀ ਕਮੀ ਕਮਜ਼ੋਰੀ ਉਸਨੂੰ ਅਰਸ਼ੋਂ ਫਰਸ਼ ਉੱਤੇ ਸੁੱਟਣ ਲਈ ਕਾਫੀ ਹੁੰਦੀ ਹੈ। ਮੂਰਖ ਬੁੱਢਾ ਜਿਸਨੇ ਪਹਾੜ ਹਟਾ ਦਿੱਤੇ। ਕਾਮਰੇਡ ਮਾਓ ਦੀ ਇਹ ਲਿਖਤ 11 ਜੂਨ 1945 ਦੀ ਹੈ ਸਾਥੀਓ। ਇਸ ਮਿੱਥ ਕਥਾ ਦੇ ਮੁਤਾਬਕ ਪਰਮਾਤਮਾ ਉਸ ਮੂਰਖ ਬੁੱਢੇ ਦਾ ਦ੍ਰਿੜ ਵਿਸ਼ਵਾਸ ਦੇਖ ਕੇ ਪਿਘਲ ਜਾਂਦਾ ਹੈ ਅਤੇ ਦੋ ਫਰਿਸ਼ਤੇ ਧਰਤੀ ਉੱਤੇ ਭੇਜਦਾ ਹੈ ਜੋ ਪਹਾੜੀਆਂ ਨੂੰ ਆਪਣੀਆਂ ਪਿੱਠਾਂ ਉੱਤੇ ਚੁੱਕ ਕੇ ਪਰੇ ਹਟਾ ਦਿੰਦੇ ਹਨ। ਪਰ ਕਾਮਰੇਡ ਮਾਓ ਆਖਦੇ ਹਨ ਕਿ ਸਾਡਾ ਪਰਮਾਤਮਾ ਸਿਰਫ ਅਤੇ ਸਿਰਫ ਲੋਕ ਹਨ, ਹੋਰ ਕੋਈ ਨਹੀਂ, ਕਿਤੇ ਨਹੀਂ। ਜੇਕਰ ਲੋਕ ਸਾਡੇ ਨਾਲ ਉੱਠ ਖੜੇ ਹੋਣ ਤਾਂ ਅਜਿਹੀ ਕੋਈ ਵੀ ਸਮੱਸਿਆ ਨਹੀਂ ਜਿਸ ਨੂੰ ਦੂਰ ਨਾ ਕੀਤਾ ਜਾ ਸਕੇ। ਮਾਓ ਜੇ ਤੁੰਗ ਦਾ ਜਨਮ 26 ਦਸੰਬਰ 1893 ਨੂੰ ਚੀਨ ਦੇ ਹੁਨਾਨ ਸੂਬੇ ਦੇ ਇੱਕ ਪਿੰਡ ਸ਼ਾਓਸ਼ਾਨ ਵਿੱਚ ਹੋਇਆ ਸੀ, ਜੋ ਕੈਂਗਸ਼ਾਨ ਪਹਾੜ ਦੇ ਪੈਰਾਂ ਵਿੱਚ ਚੰਗਾ ਉਪਜਾਊ ਇਲਾਕਾ ਸੀ। ਕਾਮਰੇਡ ਮਾਓ ਤੋਂ ਪਹਿਲਾਂ ਦਾ ਚੀਨ ਗਰੀਬੀ, ਅਨਪੜ੍ਹਤਾ ਅਤੇ ਨਸ਼ਿਆਂ ਵਿੱਚ ਗਰਕਿਆ ਹੋਇਆ ਸੀ। ਇਸ ਵੀਡੀਓ ਦੁਆਰਾ ਇਸ ਮਹਾਮਾਨਵ ਬਾਰੇ ਤੁਹਾਡੇ ਨਾਲ ਸਿਰਫ ਮੋਟੀ ਜਾਣਕਾਰੀ ਹੀ ਸਾਂਝੀ ਕਰ ਸਕਾਂਗੇ ਸਾਥੀਓ। ਮਾਓ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਕਿਤਾਬਾਂ ਪੜ੍ਹ ਸਕਦੇ ਹੋ ਸਾਥੀਓ। ਜਿਸ ਤਰ੍ਹਾਂ ਕਿ ਬਹੁਤੀਆਂ ਕਿਤਾਬਾਂ ਵਿੱਚੋਂ ਇੱਕ ਦੀ ਉਦਾਹਰਨ ਜੇਕਰ ਮੈਂ ਦੇਵਾਂ ਤਾਂ ਤੁਸੀਂ ਮਾਓ ਜੇ ਤੁੰਗ ਦੀ ਜੀਵਨੀ, ਜੋ ਕਿ ਰਾਜਪਾਲ ਸਿੰਘ ਜੀ ਦੁਆਰਾ ਲਿਖੀ ਗਈ ਹੈ, ਤੁਸੀਂ ਪੜ੍ਹ ਸਕਦੇ ਹੋ। ਬਹੁਤ ਹੀ ਸਾਦੀ ਤੇ ਸੁਚੱਜੀ ਭਾਸ਼ਾ ਵਿੱਚ ਲਿਖੀ ਗਈ ਹੈ। ਇਹ ਕਿਤਾਬ ਪੀਪਲਜ਼ ਫੋਰਮ ਬਰਗਾੜੀ ਪੰਜਾਬ ਵੱਲੋਂ ਛਾਪੀ ਗਈ ਹੈ। ਕੀਮਤ ਸਿਰਫ 125 ਰੁਪਏ। ਰਾਜਪਾਲ ਸਿੰਘ ਜੀ ਲਿਖਦੇ ਹਨ ਕਿ ਮਾਓ ਜੇ ਤੁੰਗ ਨੇ ਨਾ ਸਿਰਫ ਚੀਨ ਵਰਗੇ ਵੱਡੇ ਦੇਸ਼ ਦੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ, ਬਲਕਿ ਉਹਨਾਂ ਨੇ ਸੰਸਾਰ ਭਰ ਦੀ ਸਿਆਸਤ ਉੱਤੇ ਵੀ ਬਹੁਤ ਵੱਡਾ ਪ੍ਰਭਾਵ ਪਾਇਆ। ਮਾਰਕਸਵਾਦੀ ਫਲਸਫੇ ਦੇ ਖੇਤਰ ਵਿੱਚ ਉਹਨਾਂ ਵੱਲੋਂ ਜੋ ਨਵੇਂ ਵਿਚਾਰ ਲਿਆਂਦੇ ਅਤੇ ਲਾਗੂ ਕੀਤੇ ਗਏ, ਉਹਨਾਂ ਨੇ
ਮਾਓ ਵਿਚਾਰਧਾਰਾ ਦੇ ਰੂਪ ਵਿੱਚ ਸੰਸਾਰ ਭਰ ਦੇ ਕਮਿਊਨਿਸਟਾਂ ਵਿੱਚ ਵੱਡੀ ਬਹਿਸ ਛਿੜੀ। ਸੱਭਿਆਚਾਰਕ ਇਨਕਲਾਬ ਦੇ ਰੂਪ ਵਿੱਚ ਸਮਾਜਵਾਦੀ ਮਨੁੱਖ ਸਿਰਜਣ ਲਈ ਉਹਨਾਂ ਵੱਲੋਂ ਕੀਤਾ ਗਿਆ ਤਜਰਬਾ ਅੱਜ ਵੀ ਸਮਾਜਵਾਦੀ ਅਤੇ ਇਨਕਲਾਬੀ ਵਿਚਾਰਧਾਰਾ ਨੂੰ ਅਪਣਾਏ ਕਾਰਕੁਨਾਂ ਵਿੱਚ ਬਹਿਸ ਦਾ ਮੁੱਦਾ ਬਣਿਆ ਹੋਇਆ ਹੈ। ਚੀਨ ਪ੍ਰਤੀ ਸਾਡੇ ਕੁਝ ਲੋਕਾਂ ਅੰਦਰ ਬਹੁਤ ਨਫ਼ਰਤ ਪਾਈ ਜਾਂਦੀ ਹੈ। ਕਰੋਨਾ ਵਾਇਰਸ ਨੂੰ ਲੈ ਕੇ ਜਾਂ ਕਹਿ ਲਓ ਕਿ ਚੀਨ ਨੇ ਸਾਡੇ ਫੌਜੀ ਜਵਾਨ ਸ਼ਹੀਦ ਕਰ ਦਿੱਤੇ, ਪਰ ਕੁਝ ਲੋਕਾਂ ਕੋਲ ਚੀਨ ਨੂੰ ਨਫ਼ਰਤ ਕਰਨ ਦੀ ਆਪਣੀ ਇੱਕ ਵੱਖਰੀ ਵਜ੍ਹਾ ਹੈ। ਉਹ ਵਜ੍ਹਾ ਹੈ ਕਿ ਚੀਨ ਇੱਕ ਕਾਮਰੇਡਾਂ ਦਾ ਦੇਸ਼ ਹੈ। ਇਸ ਸੰਬੰਧ ਵਿੱਚ ਇੱਥੇ ਬਸ ਦੋ ਗੱਲਾਂ ਹੀ ਆਖਾਂਗੇ। ਇੱਕ ਤਾਂ ਇਹ ਕਿ ਹਰ ਦੇਸ਼ ਦੇ ਮੁੱਠੀ ਭਰ ਠੇਕੇਦਾਰਾਂ ਵਿੱਚ ਨਿੱਜੀ ਮੁਨਾਫਾ ਕਮਾਉਣ ਦੀ ਭਾਜੜ ਪਈ ਹੋਈ ਹੈ, ਜਦ ਕਿ ਇਸ ਮੁਨਾਫੇ ਦਾ ਫਾਇਦਾ ਲੋਕਾਂ ਨੂੰ ਨਹੀਂ ਜੋਕਾਂ ਨੂੰ ਹੋਣਾ ਹੁੰਦਾ ਹੈ। ਸਾਡੇ ਫੌਜੀ ਜਵਾਨ ਉਹਨਾਂ ਜੋਕਾਂ ਦੀਆਂ ਕਠਪੁਤਲੀਆਂ ਹੁੰਦੇ ਹਨ। ਦੂਜੀ ਗੱਲ ਕਿ 1976 ਤੋਂ ਬਾਅਦ ਚੀਨ ਕਾਮਰੇਡਾਂ ਦਾ ਦੇਸ਼ ਨਹੀਂ ਰਿਹਾ। ਚੀਨ ਵਿੱਚ ਕਮਿਊਨਿਸਟ ਰਾਜ ਭਾਵ ਲੋਕ ਪੱਖੀ ਪ੍ਰਬੰਧ ਸਿਰਫ ਉਦੋਂ ਤੱਕ ਹੀ ਰਿਹਾ ਜਦੋਂ ਤੱਕ ਕਾਮਰੇਡ ਮਾਓ ਜਿਉਂਦੇ ਰਹੇ ਸਨ। ਜਦ ਕਾਮਰੇਡ ਮਾਓ ਨਾ ਰਹੇ ਤਾਂ ਚੀਨ ਵਿੱਚ ਨਿੱਜੀ ਮੁਨਾਫੇ ਲਈ ਸਰਮਾਏਦਾਰਾਂ ਵਿੱਚ ਤੂਫਾਨੀ ਰੁਝਾਨ ਪੈਦਾ ਹੋ ਗਿਆ ਸੀ। ਚੀਨੀ ਇਨਕਲਾਬ ਦਾ ਰਾਹ ਮਾਰਕਸਵਾਦ ਦੇ ਕਲਾਸੀਕਲ ਸਿਧਾਂਤ ਦੇ ਅਨੁਸਾਰ ਨਹੀਂ ਸੀ। ਸਿਧਾਂਤ ਅਨੁਸਾਰ ਤਾਂ ਸਰਮਾਏਦਾਰੀ ਸਮਾਜ ਦੇ ਇੱਕ ਖਾਸ ਹੱਦ ਤੱਕ ਵਿਕਸਿਤ ਹੋਣ ਬਾਅਦ ਹੀ ਸਮਾਜਵਾਦੀ ਇਨਕਲਾਬ ਆ ਸਕਦਾ ਹੈ, ਪਰ ਮਾਓ ਨੇ ਨਵ ਜਮਹੂਰੀ ਇਨਕਲਾਬ ਦਾ ਸੰਕਲਪ ਦੇ ਕੇ ਅਰਧ ਜਗੀਰੂ ਸਮਾਜ ਵਿੱਚ ਹੀ ਇਨਕਲਾਬ ਨੂੰ ਸਫਲ ਕਰ ਦਿੱਤਾ। ਇੱਥੇ ਉਹਨਾਂ ਦਾ ਨਵਾਂ ਸਿਧਾਂਤ ਅਮਲ ਵਿੱਚ ਪਾਸ ਹੋਇਆ, ਇਸ ਲਈ ਉਹਨਾਂ ਨੂੰ ਮਾਨਤਾ ਮਿਲੀ, ਯਾਨੀ ਚੀਨੀ ਇਨਕਲਾਬ ਲਈ ਮਾਓ ਦਾ ਰਾਹ ਦਰੁਸਤ ਸਾਬਤ ਹੋਇਆ। ਹੁਣ ਤੱਕ ਪੰਜਾਬੀ ਵਿੱਚ ਕਾਮਰੇਡ ਮਾਓ ਦੇ ਪਰਿਵਾਰ ਬਾਰੇ ਪੜ੍ਹਨ ਨੂੰ ਨਹੀਂ ਮਿਲਿਆ। ਇਸ ਕਰਕੇ ਮਾਓ ਦੇ ਪ੍ਰਸ਼ੰਸਕਾਂ ਵਿੱਚੋਂ ਵੀ ਬਹੁਤੇ ਇਹ ਨਹੀਂ ਜਾਣਦੇ ਕਿ ਮਾਓ ਦੇ ਦੋਵੇਂ ਛੋਟੇ ਭਰਾ, ਪਤਨੀ, ਵੱਡਾ ਪੁੱਤਰ, ਮਾਓ ਦੇ ਚਾਚੇ ਦੀ ਲੜਕੀ ਵੀ ਇਨਕਲਾਬ ਦੌਰਾਨ ਸ਼ਹੀਦ ਹੋਏ ਸਨ। ਇਹਨਾਂ ਤੋਂ ਬਿਨਾਂ ਮਾਓ ਦੀ ਸੰਤਾਨ ਵਿੱਚੋਂ ਕੁਝ ਬੱਚੇ ਘਰੇਲੂ ਜੰਗ ਦੌਰਾਨ ਵਿਛੜ ਗਏ ਜਾਂ ਰੁਲ ਕੇ ਮਰ ਗਏ ਸਨ। 9 ਸਤੰਬਰ 1976 ਦੀ ਸ਼ਾਮ ਨੂੰ ਚੀਨ ਦੇ ਰੇਡੀਓ ਨੇ ਖਬਰ ਨਸ਼ਰ ਕੀਤੀ, ਚੇਅਰਮੈਨ ਮਾਓ ਦੁਨੀਆ ਤੋਂ ਵਿਛੜ ਗਏ ਹਨ। ਇਹ 7 ਸ਼ਬਦ ਇੱਕ ਇਨਸਾਨ ਦੀ ਮੌਤ ਤੋਂ ਬਹੁਤ ਵੱਡੀ ਸੂਚਨਾ ਦੇ ਰਹੇ ਸਨ ਕਿ ਇੱਕ ਯੁੱਗ ਦਾ ਅੰਤ ਹੋ ਗਿਆ ਹੈ, ਜਿਸ ਦਾ ਅਸਰ ਆਉਣ ਵਾਲੇ ਸਾਲਾਂ ਵਿੱਚ ਨਾ ਸਿਰਫ ਚੀਨ ਵਿੱਚ ਬਲਕਿ ਸਾਰੀ ਦੁਨੀਆ ਵਿੱਚ ਮਹਿਸੂਸ ਕੀਤਾ ਜਾਣਾ ਸੀ। ਆਓ ਹੁਣ ਕਾਮਰੇਡ ਮਾਓ ਦੇ ਵਿਚਾਰ ਸਾਂਝੇ ਕਰੀਏ ਸਾਥੀਓ। ਪਰ ਜਿਸ ਕਿਸੇ ਜਿਗਿਆਸੂ ਸਾਥੀ ਨੂੰ ਕਿਤੇ ਕੋਈ ਵਿਚਾਰ ਸਮਝ ਨਾ ਲੱਗੇ ਤਾਂ ਉਹ ਸਮਝ ਪ੍ਰਾਪਤ ਕਰਨ ਲਈ ਸਾਨੂੰ ਜਦੋਂ ਚਾਹੇ ਮਿਲ ਸਕਦਾ ਹੈ। ਮਾਰਕਸਵਾਦ ਉੱਪਰ ਅਮਲ ਕਰੋ, ਸੋਧਵਾਦ ਉੱਪਰ ਨਹੀਂ। ਖੁੱਲ੍ਹ ਦਿਲੇ ਹੋਵੋ, ਕਾਨਾਫੂਸ਼ੀ ਤੇ ਸਾਜ਼ਿਸ਼ਾਂ ਨਾ ਕਰੋ। ਇਕਮਿਕ ਹੋਵੋ, ਦੁਫੇੜ ਨਾ ਪਾਓ। ਅਭਿਆਸ, ਗਿਆਨ, ਫੇਰ ਅਭਿਆਸ ਅਤੇ ਫੇਰ ਗਿਆਨ। ਇਹ ਸ਼ਕਲ ਆਪਣੇ ਆਪ ਨੂੰ ਅਨੰਤ ਚੱਕਰਾਂ 'ਚ ਦੁਹਰਾਉਂਦੀ ਹੈ ਅਤੇ ਹਰੇਕ ਚੱਕਰ ਨਾਲ ਅਭਿਆਸ ਅਤੇ ਗਿਆਨ ਦਾ ਤੱਤ ਉਚੇਰੇ ਪੱਧਰ 'ਤੇ ਪਹੁੰਚਦਾ ਹੈ। ਆਪਣੇ ਤੋਂ ਵੱਧ ਦੂਜਿਆਂ ਦੀ ਚਿੰਤਾ ਕਰੋ। ਗਿਆਨ ਇੱਕ ਵਿਗਿਆਨਕ ਮਾਮਲਾ ਹੈ ਅਤੇ ਕਿਸੇ ਵੀ ਕਿਸਮ ਦੀ ਬੇਈਮਾਨੀ ਜਾਂ ਘਮੰਡ ਦੀ ਇਸ ਵਿੱਚ ਇਜਾਜ਼ਤ ਨਹੀਂ ਹੈ। ਅਭਿਆਸ ਨਾਲੋਂ ਵੱਖ ਹੋ ਕੇ ਕੋਈ ਗਿਆਨ ਹਾਸਲ ਨਹੀਂ ਹੋ ਸਕਦਾ। ਵਿਰੋਧਤਾਈ ਸਰਵ ਵਿਆਪੀ ਅਤੇ ਸਦੀਵੀ ਹੈ। ਇਹ ਸਭ ਚੀਜ਼ਾਂ ਦੀ ਵਿਕਾਸ ਕਿਰਿਆ ਵਿੱਚ ਮੌਜੂਦ ਹੈ ਅਤੇ ਹਰ ਇੱਕ ਵਿਕਾਸ ਕਿਰਿਆ ਦੇ ਆਦਿ ਤੋਂ ਅੰਤ ਤੱਕ ਸਮਾਈ ਰਹਿੰਦੀ ਹੈ। ਤਬਾਹੀ ਬਿਨਾ ਕੋਈ ਉਸਾਰੀ ਨਹੀਂ ਹੋ ਸਕਦੀ। ਦ੍ਰਿੜ ਰਹੋ, ਕਿਸੇ ਕਿਸਮ ਦੀ ਕੁਰਬਾਨੀ ਤੋਂ ਨਾ ਘਬਰਾਓ।
ਅਤੇ ਜਿੱਤ ਪ੍ਰਾਪਤ ਕਰਨ ਲਈ ਹਰ ਮੁਸ਼ਕਲ ਉੱਤੇ ਕਾਬੂ ਪਾ ਲਓ। ਗਮਲਿਆਂ ਵਿੱਚ ਉਗਾਏ ਜਾਣ ਵਾਲੇ ਪੌਦੇ ਮਜ਼ਬੂਤ ਨਹੀਂ ਹੁੰਦੇ। ਥੋੜਾ ਜਿਹਾ ਚੰਗਾ ਕਰਨਾ ਮੁਸ਼ਕਲ ਨਹੀਂ, ਮੁਸ਼ਕਲ ਹੈ ਜ਼ਿੰਦਗੀ ਭਰ ਚੰਗਾ ਕੰਮ ਕਰਨਾ, ਕਦੇ ਵੀ ਬੁਰਾ ਨਾ ਕਰਨਾ। ਵਿਸ਼ਾਲ ਜਨਤਾ, ਨੌਜਵਾਨਾਂ ਤੇ ਇਨਕਲਾਬ ਦੇ ਹਿੱਤਾਂ ਵਿੱਚ ਸਮੁੱਚਾ ਕੰਮ ਕਰਨਾ, ਦਹਾਕਿਆਂ ਤੱਕ ਸ਼ਖਤ ਘੋਲ ਵਿੱਚ ਜੁਟ ਜਾਣਾ ਸਭ ਤੋਂ ਔਖੀ ਚੀਜ਼ ਇਹੀ ਹੈ। ਬੇਸ਼ੱਕ ਸਾਨੂੰ ਮਾਰਕਸਵਾਦ ਪੜ੍ਹਨਾ ਚਾਹੀਦਾ ਹੈ, ਪਰ ਇਹ ਪੜ੍ਹਾਈ ਸਾਡੇ ਮੁਲਕ ਦੀਆਂ ਅਸਲ ਹਾਲਤਾਂ ਨਾਲ ਗੁੰਦੀ ਹੋਣੀ ਚਾਹੀਦੀ ਹੈ। ਬਿਨਾਂ ਸ਼ੱਕ ਕਿਤਾਬਾਂ ਪੜ੍ਹਨੀਆਂ ਜ਼ਰੂਰੀ ਹਨ, ਪਰ ਇਸ ਨਾਲ ਹੀ ਮਸਲਾ ਹੱਲ ਨਹੀਂ ਹੁੰਦਾ। ਹਰ ਇੱਕ ਨੂੰ ਹੀ ਹਕੀਕੀ ਹਾਲਤ ਦਾ ਅਧਿਐਨ ਕਰਨਾ ਚਾਹੀਦਾ ਹੈ। ਅਮਲੀ ਤਜਰਬੇ ਅਤੇ ਠੋਸ ਸਮੱਗਰੀ ਦੀ ਪਰਖ ਕਰਨੀ ਚਾਹੀਦੀ ਹੈ ਅਤੇ ਮਜ਼ਦੂਰਾਂ ਅਤੇ ਕਿਸਾਨਾਂ ਨਾਲ ਲਿਹਾਜ਼ ਪਾਉਣੀ ਚਾਹੀਦੀ ਹੈ। ਅਜਿਹੀਆਂ ਬਹੁਤ ਸਾਰੀਆਂ ਗੱਲਾਂ ਹਨ ਜਿਹੜੀਆਂ ਇਕੱਲੀਆਂ ਕਿਤਾਬਾਂ ਤੋਂ ਨਹੀਂ ਸਿੱਖੀਆਂ ਜਾ ਸਕਦੀਆਂ। ਸਾਨੂੰ ਉਤਪਾਦਕਾਂ ਕੋਲੋਂ, ਗਰੀਬ ਅਤੇ ਹੇਠਲੇ ਦਰਮਿਆਨੇ ਕਿਸਾਨਾਂ ਕੋਲੋਂ, ਸਕੂਲਾਂ ਵਿੱਚ ਜਿਨ੍ਹਾਂ ਨੂੰ ਪੜ੍ਹਾਉਂਦੇ ਹਾਂ ਉਹਨਾਂ ਵਿਦਿਆਰਥੀਆਂ ਕੋਲੋਂ ਸਿੱਖਣਾ ਚਾਹੀਦਾ ਹੈ। ਸਹੀ ਵਿਚਾਰ ਕਿੱਥੋਂ ਪੈਦਾ ਹੁੰਦੇ ਹਨ? ਕੀ ਉਹ ਆਕਾਸ਼ ਤੋਂ ਡਿੱਗਦੇ ਹਨ? ਨਹੀਂ। ਕੀ ਉਹ ਮਨ ਵਿੱਚ ਜਮਾਂਦਰੂ ਹੁੰਦੇ ਹਨ? ਨਹੀਂ। ਉਹ ਸਮਾਜਿਕ ਅਭਿਆਸ ਤੋਂ ਤੇ ਸਿਰਫ ਇਸ ਤੋਂ ਹੀ ਪੈਦਾ ਹੁੰਦੇ ਹਨ। ਉਹ ਤਿੰਨ ਤਰ੍ਹਾਂ ਦੇ ਸਮਾਜਿਕ ਅਭਿਆਸ ਵਿੱਚੋਂ ਪੈਦਾ ਹੁੰਦੇ ਹਨ: ਪੈਦਾਵਾਰ ਲਈ ਜਦੋਜਹਿਦ, ਜਮਾਤੀ ਜਦੋਜਹਿਦ ਅਤੇ ਵਿਗਿਆਨਕ ਤਜਰਬੇ। ਬਿਨਾਂ ਕਿਸੇ ਢਿੱਲ ਤੋਂ ਆਪਣੀ ਨਰਮ ਖਿਆਲੀ ਤਿਆਗੋ, ਅਗਾਂਹ ਵਧੂ ਅਤੇ ਖਾੜਕੂ ਵਿਚਾਰ ਅਪਣਾਓ। ਜਦੋਜਹਿਦ ਵਿੱਚ ਪਵੋ, ਲੋਕਾਂ ਵਿੱਚ ਜਾਓ ਅਤੇ ਤੱਥਾਂ ਦੀ ਜਾਂਚ ਪੜਤਾਲ ਕਰੋ। ਅਸੀਂ ਯੁੱਧ ਨੂੰ ਖਤਮ ਕਰਨ ਦੇ ਪੱਖ ਵਿੱਚ ਹਾਂ। ਅਸੀਂ ਯੁੱਧ ਨਹੀਂ ਚਾਹੁੰਦੇ, ਪਰ ਯੁੱਧ ਦਾ ਅੰਤ ਯੁੱਧ ਰਾਹੀਂ ਹੀ ਹੋ ਸਕਦਾ ਹੈ। ਬੰਦੂਕ ਤੋਂ ਛੁਟਕਾਰਾ ਪਾਉਣ ਲਈ ਬੰਦੂਕ ਉਠਾਉਣੀ ਜ਼ਰੂਰੀ ਹੈ। ਤੇ ਇੱਕ ਦਿਨ ਅਸੀਂ ਲੋਕ ਇਹਨਾਂ ਪਹਾੜੀਆਂ ਦੀ ਹਿੱਕ ਚੀਰ ਦਿਆਂਗੇ। ਠੀਕ ਆ ਉਹ ਸੀ ਸਾਈਕਲ ਜੀ ਨਹੀਂ ਹੈ ਓਏ ਉਹ ਕਿਹੜਾ ਚੱਲ ਜਾ ਕੇ ਦੇਖ ਕੇ ਆਉਣੇ ਆ। ਚੱਲ ਫਿਰ ਦੁਬਾਰੇ ਸਾਰੇ ਬੜੇ ਚੜ ਜੀ ਇੱਧਰ ਮੇਕਿੰਗ ਤੇ। ਆ ਹਰਮਨ ਬੈਠਾ ਬਿਨਾਂ ਐਨਕਾਂ ਤੋਂ ਅੱਜ। ਸ਼ਕਤੀਮਾਨ ਆ ਘੱਗਰੀ ਕਿਨੇ ਪਾੜਦੀ ਹੋਈ ਇਹਦੀ ਮੇਰੀ ਖਿੱਚੀ ਕਿਨੇ ਕੱਗਰੀ ਜੱਸੀ ਕੀ ਆ ਇਹ ਕੰਮ ਨਹੀਂ ਕਰਦੇ ਜੱਸੀ ਉਰੇ ਮੇਰੀ ਘੱਗਰੀ ਪਾੜਤੀ ਉਹ